बड़ी मेहनत की आ 16 किलोज लूज किया फिल्म ਲਈ डाकू दा मुंडा 2 ਇੱਕ ਪੋਚੇ ਵਾਲੀ ਵਰਕਆਊਟ ਤੇ ਤੁਸੀਂ ਦੱਸੀ ਨਹੀਂ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਛਾਈ ਹੋਈ ਹੈ। ਪੋਚਾ ਲਓ ਇਹਨਾਂ ਤੋਂ ਪੋਚਾ ਲਵਾਓ ਜੀ। ਗੁਰਬਾਣੀ ਕਰਕੇ ਮੈਂ ਬਚੀ ਹੋਈ ਹਾਂ। ਗੁਰਬਾਣੀ ਨੇ ਮੈਨੂੰ ਬਹੁਤ ਪੇਸ਼ੈਂਸ ਦਿੱਤੀ ਆ, ਬਹੁਤ ਪੋਜ਼ਿਟਿਵਿਟੀ ਦਿੱਤੀ ਹੈ। ਮੈਂ ਬਾਰ-ਬਾਰ ਆਪਣੇ ਰੱਬ ਕੋਲ ਹੀ ਜਾਂਦੀ ਸੀ ਕਿ ਨਹੀਂ ਇਹ ਬੰਦੇ ਨੂੰ ਮੈਂ ਠੀਕ ਹੋਇਆ ਦੇਖਦੀ ਹਾਂ ਤੇ ਮੈਨੂੰ ਤੁਸੀਂ ਉਹ ਸਬਰ ਦਿਓ ਔਰ ਇਹ ਬੰਦਾ ਠੀਕ ਹੋਏਗਾ। ਤਾਂ ਉਹਨਾਂ ਨੇ ਇਸ ਕਰਕੇ ਗਿਵ ਅਪ ਨਹੀਂ ਕੀਤਾ। ਬਹੁਤ ਜ਼ਿਆਦਾ ਕਹਿੰਦੇ ਮੈਨੂੰ ਵਿਸ਼ਵਾਸ ਸੀਗਾ। ਸੋਸ਼ਲ ਕਾਜ਼ਸ ਨੂੰ, ਸੋਸ਼ਲ ਮੁੱਦਿਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ ਕਿ ਜਬ ਜੇ ਕੋਈ ਐਸਾ ਕਿਰਦਾਰ ਕਰੇ ਕਿ ਕੁੜੀਆਂ ਨੂੰ ਵੀ ਅਵੇਅਰਨੈਸ ਆਏ, ਇਕੱਲੇ ਮੁੰਡੇ ਹੀ ਨਸ਼ੇ ਨਹੀਂ ਕਰ ਰਹੇ, ਕੁੜੀਆਂ ਵੀ ਬਰਾਬਰ ਕਰ ਰਹੀਆਂ ਨੇ। ਕਿ ਮੈਂ ਬਹੁਤ ਕਿਊਰੀਅਸ ਹੈ ਜਾਣਨ ਵਾਸਤੇ ਕਿ ਤੁਹਾਨੂੰ ਕਿੰਨੇ ਲਾਇਆ, ਕੌਣ ਆ ਬੰਦਾ, ਮੈਨੂੰ ਮਿਲਾਓ। ਕਹਿੰਦੇ ਇਦਾਂ ਕੋਈ ਉਹ ਨਹੀਂ ਹੈਗਾ, ਇਹ ਤੁਹਾਡੀ ਆਪਦੀ ਚੋਇਸ ਹੁੰਦੀ ਆ ਕਿ ਮੈਂ ਲੱਗਣਾ, ਮੈਂ ਕਰਨਾ ਕਿ ਨਹੀਂ ਕਰਨਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗਾਇਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਅੱਜ ਮੇਰੇ ਨਾਲ ਬਹੁਤ ਹੀ ਗੋਰਜੀਅਸ ਐਕਟਰਸ ਹੈਗੇ ਜਪਜੀ ਖਹਿਰਾ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਜਪਜੀ ਮੈਂ ਜਦ ਤੁਹਾਨੂੰ ਦੇਖਿਆ ਨਾ ਲਾਸਟ ਟਾਈਮ ਜਦ ਮੈਂ ਤੁਹਾਨੂੰ ਮਿਲੀ ਸੀਗੀ, ਯੂ ਆਰ ਲਾਈਕ ਚਬੀ ਲਾਈਕ ਮੀ। ਨਾਓ ਯੂ ਆਰ ਲਾਈਕ ਯੂ ਨਾਟ ਲਾਈਕ ਮੀ। ਆਈ ਵਾਂਟ ਟੂ ਬੀ ਲਾਈਕ ਯੂ। ਮੈਨੂੰ ਟਿਪਸ ਦਿਓ ਕਿ ਕਿੱਦਾਂ ਪਤਲੇ ਹੋਏ ਯਾਰ। ਸੋ ਸਵੀਟ। ਬੜੀ ਮਿਹਨਤ ਕੀਤੀ ਆ 16 ਕਿਲੋਜ਼ ਲੂਜ਼ ਕੀਤਾ ਫਿਲਮ ਲਈ ਡਾਕੂ ਦਾ ਮੁੰਡਾ 2 ਇਨ ਹਾਊ ਮੈਨੀ ਡੇਜ਼? ਉਸ ਟਾਈਮ ਤੇ ਮੇਰੇ ਕੋਲ ਟਾਈਮ ਬਹੁਤ ਘੱਟ ਸੀਗਾ। ਸਰ ਨੇ ਕਿਹਾ ਸੀ 12 ਕਿਲੋ ਬਟ ਆਈ ਮੈਨੇਜ ਟੂ ਡੂ 16 ਕਿਲੋ। ਫਿਰ ਮੈਂ ਸੈੱਟ ਤੇ ਗਈ ਸੀ। ਮੈਨੂੰ ਇਹ ਸੀ ਜਿੰਨਾ ਕਿ ਸਰ ਨੇ ਕਿਹਾ ਉਸ ਤੋਂ ਜ਼ਿਆਦਾ ਹੀ ਕਰਨਾ, ਕਿਉਂਕਿ ਵਾਲੀਬਾਲ ਪਲੇਅਰ ਦਾ ਕੈਰੈਕਟਰ ਆ ਅਤੇ ਉਹ ਥੋੜ੍ਹਾ ਜਿਹਾ ਫਿਟਨੈਸ ਨੂੰ ਲੈ ਕੇ ਉਹ ਸਕਰੀਨ 'ਤੇ ਕਨਵਿੰਸਿੰਗ ਵੀ ਲੱਗਣਾ ਚਾਹੀਦਾ। ਅਤੇ ਹੁਣ ਤਾਂ ਮੈਂ ਥੋੜ੍ਹਾ ਹੌਲੀ ਹੌਲੀ ਗੇਨ ਬੈਕ ਕਰ ਰਹੀ ਹਾਂ ਵਾਪਸ ਇਨਟੂ ਮਾਈ ਨੋਰਮਲ ਲਾਈਫ। ਬਟ ਬਹੁਤ ਚੈਲੰਜਿੰਗ ਆ। ਬਟ ਇੱਕ ਬਹੁਤ ਹੀ ਸੌਖਾ ਤਰੀਕਾ ਲੱਭਿਆ ਮੈਂ, ਕਿਉਂਕਿ ਤੁਹਾਨੂੰ ਇੰਨੀ ਜਲਦੀ ਲੂਜ਼ ਕਰਨ ਦੀ ਲੋੜ ਨਹੀਂ ਹੈ। ਟੇਕ ਯੂਰ ਟਾਈਮ, ਜਿੰਨਾ ਹੌਲੀ ਲੂਜ਼ ਕਰੋਗੇ ਉਨਾ ਹੀ ਜ਼ਿਆਦਾ ਟਾਈਮ ਉਹ ਰਹੇਗਾ ਮੇਨਟੇਨ। ਮੂੰਹ ਨੂੰ ਜ਼ਿਪ ਕਰ ਲਓ, ਠੀਕ ਹੈ, ਤਾਲਾ ਲਾ ਲਓ ਅਤੇ ਐਕਟਿਵ ਰਹੋ। ਬਸ ਦੋ ਹੀ ਹੈ, ਕੋਈ ਡਾਈਟ ਕੋਈ ਕੁਛ ਨਥਿੰਗ ਮੈਟਰਸ। ਬਟ ਥੋੜ੍ਹਾ ਟਾਈਮ ਲੱਗੇਗਾ, ਲਾਈਫ ਸਟਾਈਲ ਬਣ ਜਾਏਗਾ। ਘੱਟ ਖਾਓ, ਇੰਨਾ ਖਾਣ ਦੀ ਲੋੜ ਵੀ ਨਹੀਂ ਜਿੰਨਾ ਇਹ ਕਲਚਰ ਹੁਣ ਬਣ ਗਿਆ ਹੋਇਆ, ਠੀਕ ਹੈ ਨਾ। ਅਤੇ ਜਿੰਨੀ ਭੁੱਖ, ਜਦੋਂ ਭੁੱਖ ਉਦੋਂ ਹੀ ਖਾਓ, ਬਸ ਦੈਟਸ ਇਟ। ਇਹੀ ਟਿਪ ਦੇਣਾ ਚਾਹਾਂਗੀ ਮੈਂ। ਪਰ ਆਪਾਂ ਬਿਨਾਂ ਭੁੱਖ ਤੋਂ ਖਾਂਦੇ ਹਾਂ, ਇਮੋਸ਼ਨਲ ਈਟਿੰਗ ਕਰਦੇ ਹਾਂ। ਆਪਾਂ ਜਦੋਂ ਸੋਸ਼ਲਾਈਜ਼ ਕਰਦੇ ਹਾਂ ਉਦੋਂ ਵੀ ਲੋੜ ਹੁੰਦੀ ਨਹੀਂ ਖਾਣ ਦੀ, ਚਲੋ ਕੁਛ ਮੰਗਾ ਲਓ, ਦੈਟਸ ਰੋਂਗ। ਰਾਈਟ। ਤੇ ਇੱਕ ਪੋਚੇ ਵਾਲੀ ਵਰਕਆਊਟ ਤੇ ਤੁਸੀਂ ਦੱਸੀ ਨਹੀਂ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਛਾਈ ਹੋਈ ਹੈ। ਪੋਚਾ ਲਓ, ਇਹਨਾਂ ਤੋਂ ਪੋਚਾ ਲਵਾਓ ਜੀ। ਸਹੀ ਹੈ। ਜਬ ਜੀ ਜਦੋਂ ਘਰਦਿਆਂ ਨੇ ਹੈ ਨਾ ਦੇਖਿਆ ਕਿ ਹਾਂ ਪਤਲੀ ਹੋ ਰਹੀ ਹੈ, ਪਤਲੀ ਹੋ ਰਹੀ ਹੈ, ਪਤਲੀ ਹੋ ਰਹੀ ਹੈ, ਕੁਝ ਲੋਕ ਐਸੇ ਵੀ ਹੋਣਗੇ ਜਿਹੜੇ ਬੜੇ ਚਿਰਾਂ ਬਾਅਦ ਫੈਮਿਲੀ ਮੈਂਬਰਸ ਮਿਲਦੇ ਹੋਣਗੇ, ਉਹਨਾਂ ਦਾ ਕੀ ਰਿਐਕਸ਼ਨ ਸੀਗਾ ਜਦੋਂ ਬੜੇ ਚਿਰਾਂ ਬਾਅਦ ਮਿਲੇ ਔਰ ਉਹਨਾਂ ਨੇ ਕੀ ਕਿਹਾ, ਹੈ ਤੂੰ ਕਿ ਸੁੱਕ ਗਈ ਆ? ਨਹੀਂ, ਉਹਨਾਂ ਨੂੰ ਪਤਾ ਹੈ ਕਿ ਇਹ ਕਦੀ ਪਤਲੀ ਹੋ ਜਾਂਦੀ ਆ, ਕਦੀ ਇਹ ਮੋਟੀ ਹੋ ਜਾਂਦੀ ਆ। ਤੋ ਦੇ ਨੋ। ਸੋ ਆਈ ਕੀਪ ਚੇਂਜਿੰਗ ਮਾਈ ਸਾਈਜ਼। ਕਦੀ ਪਤਲੇ ਕਦੀ ਮੋਟੇ, ਮੇਰੇ ਹੱਥ ਦੇ ਵਿੱਚ ਜਦੋਂ ਮਰਜ਼ੀ ਕਰ ਲਓ। ਵਾਰਡਰੋਬ ਦਾ ਕੀ ਕਰਦੇ ਹੋ? ਬਹੁਤ ਪੰਗਾ ਪੈਂਦਾ ਵਾਰਡਰੋਬ ਦਾ, ਸੀਰੀਅਸਲੀ। ਹੁਣ ਉਹ ਕੱਪੜੇ ਫਿੱਟ ਨਹੀਂ ਆਉਂਦੇ ਜਿਹੜੇ ਜਿਸ ਟਾਈਮ ਤੇ ਲੂਜ਼ ਕੀਤਾ ਸੀ ਵੇਟ। ਉਹ ਸੋ ਇਸੇ ਕਰਕੇ ਇੰਨਾ ਜ਼ਿਆਦਾ ਸਮਾਨ ਜਿਹੜਾ ਹੈ ਉਹ ਘਰ 'ਚ ਹੋ ਜਾਂਦਾ ਹੈ। ਇੰਨੇ ਕੱਪੜੇ ਸਾਰੇ ਡਿਫਰੈਂਟ ਸਾਈਜ਼ਸ, ਹੈ ਨਾ। ਇਟਸ ਵੈਰੀ ਟਫ। ਹੋਰ ਆਪਾਂ ਕੀ ਕੋਈ ਗੱਲ ਕਰ ਰਹੇ ਸੀ, ਮੈਨੂੰ ਯਾਦ ਆ ਰਹੀ ਸੀ, ਹੁਣ ਭੁੱਲ ਗਈ ਮੈਂ। ਘਰ ਦੇ ਕੀ ਕਹਿੰਦੇ ਸੀਗੇ ਜਦੋਂ ਉਹਨਾਂ ਨੇ ਹੈ ਨਾ, ਜਿਹੜੇ ਕਈ ਰਿਲੇਟਿਵਸ ਹੁੰਦੇ ਨੇ ਜਿਹੜੇ ਕਾਫੀ ਚਿਰਾਂ ਬਾਅਦ? ਜਦੋਂ ਪ੍ਰੈਸ ਹੀ ਆਈ ਸੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰੈਸ ਕਾਨਫਰੰਸ ਸੀ, ਤੇ ਦੇ ਵਰ ਲਾਈਕ ਅਮੇਜ਼ਿੰਗ ਟਰਾਂਸਫੋਰਮੇਸ਼ਨ। ਪਛਾਣੇ ਹੀ ਨਹੀਂ ਜਾ ਰਹੇ ਤੁਸੀਂ, ਘਰ ਦੇ ਯੂਜ਼ ਟੂ ਆ। ਫਿਲਮ ਹੋਵੇ ਨਾ ਹੋਵੇ, ਆਈ ਮੈਨੇਜ ਟੂ ਡੂ ਅਪ ਐਂਡ ਡਾਊਨ। ਉਹ ਮੇਰਾ ਵੇਟ ਕਰ ਲੈਂਦੀ ਹਾਂ ਮੈਂ, ਹੈ ਨਾ। ਇਟ ਆਲ ਡਿਪੈਂਡਸ ਔਨ ਦ ਮੂਡ ਐਂਡ ਬਟ ਜਦੋਂ ਫਿਲਮ ਹੋਵੇ ਲਾਗੇ, ਰਿਕੁਆਇਰਮੈਂਟ ਹੋਵੇ, ਦੈਨ ਯੂ ਹੈਵ ਟੂ ਡੂ ਇਟ। ਸੋ ਡਾਕੂਆਂ ਦੇ ਮੁੰਡਾ 2 ਦੇ ਟ੍ਰੇਲਰ ਜਦੋਂ ਲੁੱਕ ਸਾਹਮਣੇ ਆਈ, ਜਦੋਂ ਤੁਹਾਡਾ ਕਿਰਦਾਰ ਸਾਹਮਣੇ ਆਇਆ, ਹੈ ਨਾ, ਸੋ ਇੱਕ ਐਸੇ ਪਰਸਨ ਦੀ ਕਹਾਣੀ ਨੂੰ ਤੁਸੀਂ ਪੋਰਟਰੇ ਕਰ ਰਹੇ ਹੋ ਜਿਹਦੀ ਲਾਈਫ ਦੇ ਵਿੱਚ ਬਹੁਤ ਅਪਸ ਐਂਡ ਡਾਊਨਸ ਆਏ, ਹੈ ਨਾ। ਮੰਗੇ ਨੇ ਆਪਣੀ ਵਾਈਫ ਨਾਲ, ਆਪਣੀ ਫੈਮਿਲੀ ਨਾਲ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨਾ ਜੋ ਉਹਨੂੰ ਦਰਦ ਹੰਢਾਏ। ਸੋ ਜਦੋਂ ਸਕ੍ਰਿਪਟ ਪੜ੍ਹੀ ਜਬ ਜੀ, ਵਾਟ ਵਾਜ਼ ਯੋਰ ਫਰਸਟ ਰਿਐਕਸ਼ਨ ਕਿ ਯਾਰ ਫੀਮੇਲ ਨੂੰ ਕਿੰਨੀਆਂ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਹੁੰਦੀਆਂ, ਮੈਟਰ ਕਰਦੀਆਂ, ਫਿਰ ਵੀ ਉਹ ਰਿਐਕਟ ਨਹੀਂ ਕਰ ਸਕਦੀ ਸਮੇਂ ਸਿਰ? ਮੇਰਾ ਰਿਐਕਸ਼ਨ ਸੀਗਾ ਵਾਓ। ਸਰ ਨੇ ਮੈਨੂੰ ਪਹਿਲਾਂ ਹੀ ਥੋੜ੍ਹਾ ਜਿਹਾ ਵਾਰਮ ਅਪ ਕੀਤਾ ਹੋਇਆ ਸੀ ਇਹ ਕਹਿ ਕੇ ਕਿ ਪਰਫਾਰਮੈਂਸ ਬੇਸਡ ਕੈਰੈਕਟਰ ਆ। ਅਤੇ ਕਹਿੰਦੇ ਸੀ ਆਪਾਂ ਵਾਲੀਬਾਲ ਪਲੇਅਰ ਜਿਹੜਾ ਕਾਲਜ ਵਾਲਾ ਪਿਆਰ ਦਿਖਾਉਣਾ, ਰੋਮਾਂਸ, ਉਹਦੇ ਲਈ ਆਪਾਂ ਕੋਈ ਹੋਰ ਕੁੜੀ ਹੀ ਲੈ ਸਕਦੇ ਹਾਂ। ਅਤੇ ਪਰਫਾਰਮੈਂਸ ਵਾਸਤੇ ਜਿਹੜਾ ਐਂਡ 'ਤੇ ਵਾਈਫ ਵਾਲਾ ਆਉਂਦਾ, ਵੀ ਕੈਨ ਵੀ ਤੁਹਾਨੂੰ। ਪਰ ਕਹਿੰਦੇ ਮੈਂ ਚਾਹੁੰਦਾ ਨਹੀਂ ਆ, ਮੈਂ ਚਾਹੁੰਦਾ ਆ ਕਿ ਤੁਸੀਂ ਹੀ ਵਾਲੀਬਾਲ ਪਲੇਅਰ ਔਰ ਤੁਸੀਂ ਕਾਲਜ ਗਰਲ ਪਲੇ ਕਰੋ ਔਰ ਤੁਸੀਂ ਵਾਈਫ ਪਲੇ ਕਰੋ, ਯੂ ਨੋ। ਸੋ ਉਹ ਹੋਰ ਜ਼ਿਆਦਾ ਚੈਲੰਜਿੰਗ ਹੋ ਗਿਆ ਸੀ ਜਦੋਂ ਮੈਂ ਸਕ੍ਰਿਪਟ ਪੜ੍ਹੀ। ਐਂਡ ਉਹਨਾਂ ਦਾ ਕੈਰੈਕਟਰ ਮੈਨੂੰ ਬਹੁਤ ਪਾਵਰਫੁਲ ਲੱਗ ਰਿਹਾ ਸੀਗਾ ਕਿ ਇਹ ਕਿੱਦਾਂ ਕਰਨਗੇ। ਮੈਨੂੰ ਪਤਾ ਹੀ ਇਜ਼ ਅ ਵੈਰੀ ਗੁੱਡ ਐਕਟਰ, ਕਰ ਲੈਣਗੇ, ਬਟ ਇੱਕ ਐਜ਼ ਐਨ ਐਕਟਰ ਆਉਂਦਾ ਨਾ ਕਿ ਹਾਊ ਇਜ਼ ਹੀ ਗੋਇੰਗ ਟੂ ਡੂ ਦਿਸ।
ਦੋ ਮਾਈ ਜਦੋਂ ਮੈਂ ਆਪਣਾ ਪੜ੍ਹ ਰਹੀ ਸੀਗੀ ਤੇ ਮੇਰਾ ਵੀ ਮੈਨੂੰ ਬਹੁਤ ਚੈਲੰਜਿੰਗ ਲੱਗਾ, ਜਿੱਥੇ ਲੜਾਈਆਂ ਵੀ ਹੁੰਦੀਆਂ, ਕਿੰਨਾ ਕੁਛ ਹੁੰਦਾ। ਸੋ ਦੈਟ ਸੋ ਜਬ ਜੀ ਕਦੀ ਮੌਕਾ ਮਿਲਿਆ ਮੰਗਾ ਦੀ ਰੀਅਲ ਵਾਈਫ ਨੂੰ ਮਿਲਣ ਦਾ ਔਰ ਉਹਨਾਂ ਨੂੰ ਜਾਣਨ ਦਾ, ਕਿ ਯਾਰ ਉਹਨਾਂ ਨੇ ਦੱਸਿਆ ਹੋਇਆ ਕਿ ਯਾਰ ਮੈਂ ਇਹ ਫੇਜ਼ਸ ਤੇ ਨਿਕਲੀ ਆ, ਔਰ ਉਸ ਟਾਈਮ ਦੇ ਉੱਪਰ ਉਹਨਾਂ ਦਾ ਮਾਈਂਡਸੈਟ ਕੀ ਸੀ ਜਦੋਂ ਘਰ ਵਾਲਾ ਬਿਲਕੁਲ ਹੋਸ਼ 'ਚ ਨਹੀਂ ਹੈ? ਸੇਮ ਇੱਦਾਂ ਹੀ ਮੇਰਾ ਰਿਐਕਸ਼ਨ ਸੀਗਾ। ਮੈਂ ਵੀ ਇੱਦਾਂ ਹੀ ਪੁੱਛ ਰਹੀ ਸੀ ਕਿ ਵਾਈ ਡਿਡ ਯੂ ਡੂ ਇਟ। ਆਈ ਮੀਨ ਇੱਕ ਪੁਆਇੰਟ ਆਉਂਦਾ ਲਾਈਫ ਦੇ ਵਿੱਚ ਯੂ ਵਾਂਟ ਟੂ ਗਿਵ ਅਪ, ਕਿ ਨਹੀਂ ਬੰਦਾ ਸੁਧਰ ਰਿਹਾ ਤੇ ਫਾਈਨ ਜਾਵੇ ਫਿਰ, ਹੈ ਨਾ, ਵੀ ਆਪਣੀ ਲਾਈਫ ਦਾ ਨਹੀਂ ਜੇ ਉਹਨੂੰ ਹੈਗਾ। ਬਟ ਨਹੀਂ, ਉਹਨਾਂ ਤੋਂ ਮੈਨੂੰ ਇੱਕ ਚੀਜ਼ ਸਿੱਖਣ ਨੂੰ ਮਿਲੀ ਆ। ਮੈਂ ਉਹਨਾਂ ਨੂੰ ਮਿਲੀ ਵੀ ਆ, ਉਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਆ। ਉਹਨਾਂ ਨੂੰ ਮੈਂ ਵੀ ਪੁੱਛਿਆ ਕਿ ਤੁਸੀਂ ਕੀ ਫੀਲ ਕਰਦੇ ਸੀ। ਸੋ ਮੈਂ ਨੋਟਸ ਵਗੈਰਾ ਵੀ ਬਣਾਏ ਸੀਗੇ ਤਾਂ ਕਿ ਜਦੋਂ ਮੇਰਾ ਉਹ ਸੀਨ ਆਉਂਦਾ, ਕਿਉਂਕਿ ਹੂ ਸੀਨਸ ਕਈ ਉਹ ਵੀ ਫਿਲਮਾਏ ਹੋਏ ਨੇ ਜੋ ਰੀਅਲ ਲਾਈਫ 'ਚ ਉਹਨਾਂ 'ਚ ਹੋਏ ਨੇ। ਸੋ ਉਹ ਕਹਿ ਰਹੇ ਸੀ, ਉਹ ਬਾਰ-ਬਾਰ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਗੁਰਬਾਣੀ ਕਰਕੇ ਮੈਂ ਬਚੀ ਹੋਈ ਹਾਂ। ਗੁਰਬਾਣੀ ਨੇ ਮੈਨੂੰ ਬਹੁਤ ਪੇਸ਼ੈਂਸ ਦਿੱਤੀ ਆ, ਬਹੁਤ ਪੋਜ਼ਿਟਿਵਿਟੀ ਦਿੱਤੀ ਹੈ। ਮੈਂ ਬਾਰ-ਬਾਰ ਆਪਣੇ ਰੱਬ ਕੋਲ ਹੀ ਜਾਂਦੀ ਸੀ ਕਿ ਨਹੀਂ, ਇਹ ਬੰਦੇ ਨੂੰ ਮੈਂ ਠੀਕ ਹੋਇਆ ਦੇਖਦੀ ਹਾਂ ਤੇ ਮੈਨੂੰ ਤੁਸੀਂ ਉਹ ਸਬਰ ਦਿਓ ਔਰ ਇਹ ਬੰਦਾ ਠੀਕ ਹੋਏਗਾ। ਤਾਂ ਉਹਨਾਂ ਨੇ ਇਸ ਕਰਕੇ ਗਿਵ ਅਪ ਨਹੀਂ ਕੀਤਾ। ਬਹੁਤ ਜ਼ਿਆਦਾ ਕਹਿੰਦੇ ਮੈਨੂੰ ਵਿਸ਼ਵਾਸ ਸੀਗਾ, ਆਹੀ ਸ਼ਬਦ ਉਹਨਾਂ ਨੇ ਮੈਨੂੰ ਕਹੇ ਸੀਗੇ। ਤਾਂ ਨੈਵਰ ਗਿਵ ਅਪ। ਕਹਿੰਦੇ ਇੱਕ ਪੁਆਇੰਟ ਆਇਆ ਸੀਗਾ ਜਿੱਥੇ ਆਈ ਵਾਜ਼ ਲਾਈਕ ਕਿ ਬਾਬਾ ਜੀ ਤੁਸੀਂ ਹੁਣ ਮੈਨੂੰ ਰਸਤਾ ਦਿਖਾਉਣਾ। ਉਦੋਂ ਸ਼ਾਇਦ ਰੀਹੈਬ ਉਹਨਾਂ ਨੇ ਜਾਣਾ ਸੀਗਾ ਤੇ ਵੀ ਇਹ ਜੇ ਬੰਦਾ ਤੁਸੀਂ ਮੈਨੂੰ ਵਿਦਨ ਪਤਾ ਨਹੀਂ ਕਿੰਨੇ ਟਾਈਮ 'ਚ ਦਿਖਾਉਣਾ ਆ। ਇੱਕ ਅਰਦਾਸ ਹੁੰਦੀ ਹੈ ਨਾ ਬਾਬੇ ਨੂੰ ਕਰੀਦਾ ਵੀ ਨਹੀਂ ਤੇ ਫਿਰ ਮੈਂ ਸੋਚ ਲੂੰਗੀ ਕਿ ਨਹੀਂ। ਕਹਿੰਦੇ ਬਸ ਉਹੀ ਟਾਈਮ ਸੀ, ਬਟ ਅਦਰਵਾਈਜ਼ ਆਈ ਕੈਪਟ ਫਾਈਟ ਉਹ ਕਰ ਰਹੇ ਸੀ ਵੈਸੇ ਦੇਖਿਆ ਜਾਵੇ ਤਾਂ, ਜਿਹੜਾ ਪੁਸ਼ ਕਰ ਰਿਹਾ। ਕਿਉਂਕਿ ਜਦੋਂ ਐਸੇ ਘਰ ਦੇ ਵਿੱਚ ਮੈਂਬਰ ਹੋਏ ਨਾ ਜਿਹਨੂੰ ਆਪਣੀ ਬਿਲਕੁਲ ਹੋਸ਼ ਨਹੀਂ ਹੈ, ਉਹਨੂੰ ਲੋਕ ਜਿਹੜੇ ਆਸੇ-ਪਾਸੇ ਦੇ ਹੁੰਦੇ ਨੇ ਬਹੁਤ ਗਲਤ ਤਰੀਕੇ ਨਾਲ ਪਰਿਵਾਰ ਵਾਲਿਆਂ ਨੂੰ ਵੀ ਦੇਖਦੇ ਆ, ਪਤਾ ਨਹੀਂ ਕਿਉਂ ਨਹੀਂ ਸੁਧਾਰਦੇ, ਬਟ ਉਹਨਾਂ ਦੇ ਹੱਥ ਵਸ ਨਹੀਂ ਹੈਗਾ। ਸੋ ਜਬ ਜੀ ਬਹੁਤ ਸਾਰੀ ਵਿਮਨਸ ਵੀ ਅੱਜ ਕੱਲ੍ਹ ਨਸ਼ਾ ਕਰ ਰਹੀਆਂ। ਪਿੱਛੇ ਵੀ ਬਹੁਤ ਇੱਕ ਕਾਂਡ ਹੋਇਆ ਕਿ ਘਰ ਤੋੜ ਕੇ ਇੱਕ ਮਾਂ ਤੇ ਬੱਚਿਆਂ ਨੇ ਖਾ ਲਿਆ ਨਾ, ਨਸ਼ੇ ਦੀ ਲੱਤ ਐਸੀ ਲੱਗੀ ਹੈ, ਕੁੜੀਆਂ ਨਸ਼ੇ ਕਰ ਰਹੀਆਂ ਨੇ। ਸੋ ਕਦੀ ਐਸਾ ਅਸੀਂ ਦੇਖ ਸਕਦੇ ਹਾਂ ਕਿ ਜਪਜੀ ਖਹਿਰਾ ਆਈ ਨੋ ਕਿ ਸੋਸ਼ਲ ਕਾਜ਼ਸ ਨੂੰ, ਸੋਸ਼ਲ ਮੁੱਦਿਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ, ਕਿ ਜਬ ਜੀ ਕੋਈ ਐਸਾ ਕਿਰਦਾਰ ਕਰੇ ਕਿ ਕੁੜੀਆਂ ਨੂੰ ਵੀ ਅਵੇਅਰਨੈਸ ਆਏ, ਇਕੱਲੇ ਮੁੰਡੇ ਹੀ ਨਸ਼ੇ ਨਹੀਂ ਕਰ ਰਹੇ, ਕੁੜੀਆਂ ਵੀ ਬਰਾਬਰ ਕਰ ਰਹੀਆਂ ਨੇ। ਯਸ, ਮੈਨੂੰ ਸੁਣ ਕੇ ਨਾ ਅਜੇ ਵੀ ਮੇਰੇ ਉਹ ਗੂਸਬੰਪਸ ਜੇ ਹੋਰ ਹੀ ਤਰ੍ਹਾਂ ਫੀਲ ਆ ਰਿਹਾ। ਸੋ ਇਹ ਸੁਣ ਕੇ ਵੀ ਕੁੜੀਆਂ ਵੀ ਕਰਦੀਆਂ, ਓ ਮਾਈ ਗॉड। ਮੁੰਡੇ ਤਾਂ ਚਲੋ ਫਿਰ ਵੀ ਮੈਂ ਇਹ ਨਹੀਂ ਕਹਿਣਾ ਚਾਹਾਂਗੀ ਮੁੰਡੇ ਸਟਰੋਂਗ ਹੁੰਦੇ ਆ, ਉਹਨਾਂ ਦੀ ਬੋਡੀ ਜ਼ਿਆਦਾ ਬਟ ਐਂਡ ਆਫ ਦ ਡੇ ਦੇ ਆਰ ਹਿਊਮਨ ਬੀਇੰਗਸ ਐਜ਼ ਵੈਲ, ਮੁੰਡੇ ਵੀ, ਹੈ ਨਾ। ਬਟ ਕੁੜੀਆਂ ਸੌਫਟ ਨਾਜ਼ੁਕ ਜਿਹੀਆਂ ਹੁੰਦੀਆਂ ਔਰ ਨਰਚਰਿੰਗ ਹੁੰਦੀਆਂ, ਅਤੇ ਜੇ ਉਹ ਆਪਣੇ ਆਪ ਨੂੰ ਹੀ ਹਾਲਤ ਖਰਾਬ ਕਰ ਲੈਣਗੀਆਂ, ਵਿਗਾੜ ਲੈਣਗੀਆਂ, ਅਤੇ ਮੈਨੂੰ ਲੱਗਦਾ ਕਿ ਪੇਰੈਂਟਸ 'ਤੇ ਕੀ ਬੀਤਦੀ ਹੋਊਗੀ ਯਾਰ। ਚਲੋ ਮੁੰਡੇ ਦਾ ਤਾਂ ਬੰਦਾ ਕਹਿੰਦਾ ਹੈ ਕਿ ਇਹ ਆਪਾਂ ਕਹਿ ਦਿੰਦੇ ਆ, ਮੁੰਡਿਆਂ ਨੂੰ ਫਿਰ ਵੀ ਐਕਸੈਪਟ ਕਰ ਲੈਂਦੇ ਆ ਕਿ ਇਹ ਬਦਮਾਸ਼ ਆ ਜਾਂ ਇਹ ਨਸ਼ੇੜੀ ਹੋ ਗਿਆ, ਪਰ ਕੁੜੀ ਨੂੰ ਕਿੱਦਾਂ ਕੋਈ ਕਿਸੇ ਦੀ ਫੈਮਿਲੀ ਹੈ ਉਹ ਕਰਦੀ ਹੋਊਗੀ ਨਾ। ਤਾਂ ਜਦੋਂ ਮੈਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਕੁੜੀਆਂ ਵੀ ਹੁਣ ਕਰਨੀਆਂ ਉਹਨਾਂ ਨੇ ਯਾਰ ਕਮਾਲ ਆ। ਸੀਰੀਅਸ ਇੱਕ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਬਹੁਤ ਹੀ ਅਨਮੁੱਲਾ ਜੀਵਨ ਆ, ਇਹਨੂੰ ਪਲੀਜ਼ ਨਾ ਗਵਾਓ। ਆਪਣੇ ਤੁਹਾਡੇ ਘਰ ਦੇ ਬੈਸਟ ਸਪੋਰਟ ਕਰਦੇ ਨੇ। ਹੁਣ ਤਾਂ ਪੰਜਾਬ ਗਵਰਨਮੈਂਟ ਵੀ ਕਹਿੰਦੀ ਹੈ ਕਿ ਤੁਸੀਂ ਜੇ ਨਸ਼ੇ ਛੱਡਦੇ ਹੋ ਤਾਂ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ। ਤੋ ਪਰ ਪਹਿਲਾਂ ਜਿੱਦਾਂ ਮੰਗਾ ਜੀ ਦੀ ਜਿਨ੍ਹਾਂ ਦੀ ਸਟੋਰੀ ਆ, ਉਹ ਇਹ ਗੱਲ ਕਹਿੰਦੇ ਆ ਕਿ ਤੁਹਾਨੂੰ ਆਪਣੀ ਹੈਲਪ ਆਪ ਕਰਨੀ ਪਏਗੀ, ਫਿਰ ਤੁਹਾਡੀ ਫੈਮਿਲੀ ਆਏਗੀ, ਫਿਰ ਬਾਕੀ ਲੋਕ ਨਾਲ ਜੁੜਨੇ ਸ਼ੁਰੂ ਹੋ ਜਾਂਦੇ। ਤੁਸੀਂ ਇੱਕ ਵਾਰੀ ਡਿਸੀਜਨ ਤਾਂ ਲਓ ਕਿ ਮੈਂ ਇਹ ਚੀਜ਼ ਨਹੀਂ ਕਰਨੀ। ਇੰਨਾ ਅਨਮੁੱਲਾ ਜੀਵਨ ਆ, ਨਾ ਗਵਾਓ ਇਹਨੂੰ, ਪਲੀਜ਼ ਨਾ ਗਵਾਓ ਜੀ। ਅਜਬ ਜੀ ਕਈ ਵਾਰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖਿਆ ਹੈ ਨਾ, ਜੇ ਕੋਈ ਬੱਚਾ ਡਰਿੰਕ ਕਰਦਾ ਆ, ਘਰ ਦੇ ਉਹਨੂੰ ਕਹਿਣਗੇ ਨਾ ਤੂੰ ਕਿਉਂ ਪੀਨਾ, ਕਹਿੰਦੇ ਮੈਂ ਨਹੀਂ ਪੀਤੀ, ਮੈਨੂੰ ਯਾਰਾਂ ਦੋਸਤਾਂ ਨੇ ਪਿਲਾਤੀ। ਬਟ ਆਈ ਫੀਲ ਕਿ ਕੋਈ ਜ਼ਬਰਦਸਤੀ ਕਿਸੇ ਨੂੰ ਕੁਛ ਵੀ ਖਵਾ ਨਹੀਂ ਸਕਦਾ, ਕੁਛ ਪਿਲਾ ਨਹੀਂ ਸਕਦਾ। ਜਦੋਂ ਮੰਗਾ ਜੀ ਦੀ ਕਹਾਣੀ ਤੁਸੀਂ ਸੁਣੀ, ਉਹਨਾਂ ਨੇ ਕੀ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਲਾਇਆ ਕਿ ਉਹਨਾਂ ਦੀ ਚੋਇਸ ਸੀ? ਮੈਂ ਇਹੀ ਕੁਐਸਚਨ ਉਹਨਾਂ ਨਾਲ ਕੀਤਾ ਸੀਗਾ ਸੇਮ, ਕਿ ਮੈਂ ਬਹੁਤ ਕਿਊਰੀਅਸ ਹੈ ਜਾਣਨ ਵਾਸਤੇ ਕਿ ਤੁਹਾਨੂੰ ਕਿੰਨੇ ਲਾਇਆ, ਕੌਣ ਆ ਬੰਦਾ, ਮੈਨੂੰ ਮਿਲਾਓ। ਕਹਿੰਦੇ ਇੱਦਾਂ ਕੋਈ ਉਹ ਨਹੀਂ ਹੈਗਾ, ਇਹ ਤੁਹਾਡੀ ਆਪਦੀ ਚੋਇਸ ਹੁੰਦੀ ਆ ਕਿ ਮੈਂ ਲੱਗਣਾ, ਮੈਂ ਕਰਨਾ ਕਿ ਨਹੀਂ ਕਰਨਾ। ਹੁਣ ਦੇਖੋ ਚੋਇਸਿਸ ਤੇ ਡੇਲੀ 'ਚ ਆਪਣੇ ਕੋਲ ਕਿੰਨੀਆਂ ਚੋਇਸਿਸ ਆਉਂਦੀਆਂ, ਤੁਹਾਡੇ ਕੋਲ ਵੀ ਆਉਂਦੀਆਂ, ਮੇਰੇ ਕੋਲ ਵੀ ਆਉਂਦੀਆਂ। ਐਂਡ ਮੀ ਬੀਇੰਗ ਇਨ ਦ ਇੰਡਸਟਰੀ ਹੈ ਨਾ, ਇੰਨੀਆਂ ਚੋਇਸਿਸ ਹੁੰਦੀਆਂ ਕਿ ਹੁਣ ਜੇ ਸਿਗਰਟ ਪੀਣ ਵਾਲੇ ਲੋਕ ਵੀ ਆ, ਹੈ ਨਾ, ਐਲਕੋਹਲ ਪੀਣ ਵਾਲੇ ਲੋਕ ਵੀ ਆ। ਤੋ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਜਾ ਕੇ ਉਹੀ ਕੰਮ ਕਰ ਰਹੇ ਹੋ, ਇੱਦਾਂ ਹੀ ਨਸ਼ੇੜੀ ਆ, ਠੀਕ ਹੈ ਨਾ, ਨਸ਼ਾ ਚੱਲ ਰਿਹਾ। ਤੋ ਇਫ ਯੂ ਆਰ ਇਨਵਾਈਟਿੰਗ ਇਟ, ਉਹ ਆ ਰਿਹਾ, ਤੁਹਾਡੀ ਚੋਇਸ ਆ ਨਾ ਇਹ, ਕੋਈ ਜ਼ਬਰਦਸਤੀ, ਉਹਨਾਂ ਨੇ ਇਹੀ ਕਿਹਾ ਕਿ ਕੋਈ ਜ਼ਬਰਦਸਤੀ ਨਹੀਂ ਕਰਦਾ ਤੁਹਾਡੇ ਨਾਲ। ਸੋ ਆਪਣੇ ਆਪ 'ਤੇ ਕੰਮ ਕਰਨ ਦੀ ਲੋੜ ਹੈਗੀ, ਆਪਣੀਆਂ ਜਿਹੜੀਆਂ ਚੋਇਸਿਸ ਬਣਾਉਂਦੇ, ਮੇਕ ਸ਼ੋਰ ਵੀ ਮੇਕ ਦ ਰਾਈਟ ਚੋਇਸ, ਠੀਕ ਹੈ ਨਾ, ਅਤੇ ਆਪਣੇ ਆਪ 'ਤੇ ਕੰਮ ਕਰਨ ਦੀ ਲੋੜ ਹੈਗੀ ਤਾਂ ਕਿ ਤੁਸੀਂ ਸਹੀ ਰਸਤੇ 'ਤੇ ਤੁਰੋ।
ਜਬ ਜੀ ਡਾਕੂਆਂ ਦੇ ਮੁੰਡੇ 2 ਤੋਂ ਇਲਾਵਾ ਹੋਰ ਕੀ ਕੀ ਚੱਲ ਰਿਹਾ ਹੈਗਾ, ਕਿਉਂਕਿ ਹੁਣ ਫਿਟਨੈਸ ਵੱਲ ਵੀ ਪ੍ਰੋਪਰ ਹੋ, ਅਲੱਗ-ਅਲੱਗ ਕਿਰਦਾਰ ਵੀ ਮਿਲ ਰਹੇ ਨੇ, ਅਲੱਗ-ਅਲੱਗ ਸਾਨੂੰ ਕਰੈਕਟਰਸ ਜਪਜੀ ਦੇ ਸ਼ੇਡਸ ਵੀ ਦੇਖਣ ਨੂੰ ਮਿਲ ਰਹੇ ਨੇ। ਹੋਰ ਕਿਹੜੇ ਜਪਜੀ ਦੇ ਫੇਵਰਿਟ ਜਿਹੜੀਆਂ ਚੀਜ਼ਾਂ ਨੇ ਉਹ ਪਾਈਪਲਾਈਨ ਦੇ ਵਿੱਚ? ਮੇਰਾ ਪਹਿਲਾਂ ਤਿਆਰ ਆ ਪੁਲਿਸ ਆਫੀਸਰ ਪਲੇ ਕਰ ਰਹੀ ਹਾਂ ਮੈਂ ਚੇਤਾ ਸਿੰਘ ਦੇ ਵਿੱਚ, ਪ੍ਰਿੰਸ ਕਮਲਜੀਤ ਹੈਗੇ ਨੇ ਇਸ ਫਿਲਮ ਦੇ ਵਿੱਚ, ਥ੍ਰਿਲਰ ਆ। ਅਤੇ ਉਸ ਤੋਂ ਬਾਅਦ ਮਾਨ ਵਰਸਿਸ ਖਾਨ ਲੰਡਨ ਸ਼ੂਟ ਥੋੜ੍ਹੇ ਦਿਨਾਂ 'ਚ, ਇਸ ਤੋਂ ਬਾਅਦ ਸ਼ੁਰੂ ਹੋ ਜਾਏਗੀ। ਸਮੀਪ ਜੀ ਡਾਇਰੈਕਟ ਕਰ ਰਹੇ ਨੇ ਬਿਨੂ ਜੀ ਦੇ ਨਾਲ, ਅਤੇ ਇੱਦਾਂ ਦੀਆਂ ਫਿਲਮਸ ਹੈ ਚੱਲ ਰਹੀਆਂ ਨੇ। ਸੋ ਵਾਟ ਅਬਾਊਟ OTT? ਬਹੁਤ ਟ੍ਰੈਂਡ 'ਚ ਹੈ, ਵੈਬ ਸੀਰੀਜ਼ ਵੀ ਆ ਰਹੀਆਂ ਨੇ, ਕਿਉਂਕਿ ਜਿੱਦਾਂ ਦਾ ਤੁਹਾਡਾ ਅਸੀਂ ਕਿਰਦਾਰ ਦੇਖ ਰਹੇ ਹਾਂ, ਜਪ ਜੀ ਇਜ਼ ਆਲ ਸੈਟ ਫॉर ਦ ਥ੍ਰਿਲਰ ਫਿਲਮਸ ਆਲਸੋ, ਵੈਬ ਸੀਰੀਜ਼ ਆਲਸੋ। ਜਪ ਜੀ ਕਿੱਦਾਂ ਦੀ ਕੋਈ ਚਾਹੁੰਦੇ ਹੋ ਕਿ ਹਾਂ ਇੱਦਾਂ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਵੂਮਨ ਸੈਂਟਰਿਕ ਵੈਬ ਸੀਰੀਜ਼ ਆ ਰਹੀ ਹੈ। ਵਾਮਿਕਾ ਦੀ ਤੁਸੀਂ ਮਾਂ ਦੇਖੀ ਹੋਏਗੀ ਨਾ, ਬਹੁਤ ਸਾਰੇ ਪੰਜਾਬੀ ਆਰਟਿਸਟ ਕਰ ਰਹੇ ਨੇ। ਕੀ ਹੈਗਾ ਤੁਹਾਡਾ ਵੀ ਕੋਈ ਰੁਝਾਨ ਕਿ ਹਾਂ ਮੈਨੂੰ ਕੋਈ ਡਿਫਰੈਂਟ ਸਟੋਰੀ ਹੋਵੇ, ਕੋਈ ਸੀਰੀਅਸ ਹੋਵੇ, ਰਿਐਲਿਟੀ ਬੇਸਡ ਹੋਵੇ ਤਾਂ ਡੈਫੀਨੇਟਲੀ ਹੈ? ਹਾਂ ਡੈਫੀਨੇਟਲੀ। ਆਈ ਮੀਨ ਆਈ ਐਮ ਐਨ ਐਕਟਰ ਐਂਡ ਆਈ ਐਮ ਓਪਨ ਟੂ ਆਲ ਕਾਈਂਡ ਆਫ ਸਿਨੇਮਾ ਕਹਿ ਲਓ ਤੁਸੀਂ, ਆਲ ਐਨੀ ਕਾਈਂਡ ਆਫ ਸ਼ੇਡ ਜਿਹੜਾ ਜਿਹ ਮੈਨੂੰ ਲੱਗਦਾ ਕਿ ਮੈਂ ਕਰ ਸਕਦੀ ਹਾਂ। ਸੋ ਵਾਈ ਨਾਟ। ਵੈਬ ਸੀਰੀਜ਼ ਤਾਂ ਆਲਰੇਡੀ ਕੀਤੀ ਹੈ ਜਦੋਂ ਨਵਾਂ ਟਰੈਂਡ ਚੱਲਿਆ ਸੀ ਅਜੇ। ਸੋ ਗੈਂਗਲੈਂਡ ਇਨ ਮਦਰਲੈਂਡ ਉਹਦੇ 'ਚ ਮੇਰਾ ਰਿਹਾ। ਸੋ ਅੱਗੇ ਕੁਛ ਆਏਗਾ ਤਾਂ ਡੈਫੀਨੇਟਲੀ ਵਾਈ ਨਾਟ। ਭੁੱਖ ਵੀ ਮੈਨੂੰ ਲੱਗਦਾ ਤੁਹਾਨੂੰ ਲੱਗ ਰਹੀ ਹੈ। ਸੋ ਬਈ ਕਿੰਨਾ ਕੁ ਪਰਹੇਜ਼ ਚੱਲਦਾ ਖਾਣ 'ਚ, ਕਿੰਨਾ ਕੁ ਪਰਹੇਜ਼ ਚੱਲਦਾ? ਹੈ ਹੀ ਹੈ ਕਿਉਂਕਿ ਨੈਕਸਟ ਸ਼ੂਟ ਜਲਦੀ ਸ਼ੁਰੂ ਹੈ। ਸੋ ਆਈ ਹੈਵ ਟੂ ਕੀਪ ਇਨ ਮਾਈਂਡ ਕਿ ਨਾ ਹੀ ਖਾਦਾ ਰਵੇ ਜ਼ਿਆਦਾ। ਚਲੋ ਹੈਵ ਯੂਰ ਲੰਚ। ਥੈਂਕ ਯੂ ਸੋ ਮਚ ਫॉर You to have your lunch. Okay, thank you. Bye.